ਨੂੰ ਮੱਥਾ ਟੇਕਿਆ ਹੈ। ਗੁਰ ਪੁੱਛੇ ਤੁਮ ਕਿਤ ਤੇ ਆਏ। ਇਧਰ ਗੁਰੂ ਅਮਰਦਾਸ ਮਹਾਰਾਜ ਜੀਆਂ ਜਾਨੀ ਜਾਣ ਸੱਚੇ ਸਤਿਗੁਰੂ ਜੀ ਫਿਰ ਪੁੱਛਣ ਲੱਗੇ ਆ ਵੀ ਭਾਈ ਤੁਸੀਂ ਜੋ ਹੋ ਕਿਸ ਥਾਵੇਂ ਕਿਸ ਦੇਸ਼ ਤੋਂ ਆਏ ਹੋ। ਭੇਟ ਮੋਲ ਬਹ ਵਸਤੂ ਲਿਆਏ। ਕਿਉਂ ਲੱਗਦਾ ਜਿਵੇਂ ਰਾਜ ਘਰਾਣੇ ਦੀਆਂ ਭੇਟਾਵਾਂ ਬਹੁਤ ਬੇਸ਼ਕੀਮਤੀ ਭੇਟਾਵਾਂ ਤੁਸੀਂ ਲੈ ਕੇ ਆਏ ਹੋ, ਬੜੇ ਮਹਿੰਗੇ ਵਸਤਰ ਲੈ ਆਏ ਹੋ। ਕੋ ਕਾਰਜ ਗੁਰ ਪੁਰਿਓ ਤੁਮਾਰੋ। ਤੁਮਾਰਾ ਜਾਣਦੇ ਆ ਵੈਸੇ ਸੱਚੇ ਪਾਤਸ਼ਾਹ ਜੀ ਹੱਸ ਕੇ ਬੋਲੇ ਆ, ਕਹਿੰਦੇ ਕਿਹੜਾ ਕਾਰਜ ਹੈ ਜਿਹੜਾ ਸਾਡੇ ਕਰਨ ਯੋਗ ਹੈ। ਭਾਵ ਕਿ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਭਾਈ ਕਿਵੇਂ ਆਉਣਾ ਹੋਇਆ ਰਾਜ ਘਰਾਣੇ ਦਾ। ਕਿਹੜਾ ਕੰਮ ਹੈ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਦਰ ਹੀ ਤੁਹਾਡਾ ਪੂਰਾ ਕਰ ਸਕਦਾ ਹੈ, ਹੋਰ ਪਾਸਿਓ ਨਹੀਂ ਪੂਰੀ ਪਈ। ਕਹਿ ਜਾਚਨ ਕੋ ਚਹਿਤ ਉੱਚ ਉਚਾਰੋ। ਆ ਕੀ ਮੰਗਣ ਆਇਓ ਦੱਸੋ ਆਪਦੇ ਮੁਖੋਂ ਬੋਲ ਕਰਕੇ। ਸੁਨ ਕੈ ਨਵੀ ਸਿੰਧ ਕਰ ਜੋਰੇ। ਤੇ ਸੁਣ ਕਰਕੇ ਇਸ ਤਰ੍ਹਾਂ ਮਹਾਰਾਜ ਦੇ ਮੁਖੋਂ ਤੇ ਜਿਹੜਾ ਮੁਨਸ਼ੀ ਨਾਲ ਆਇਆ ਅਕਬਰ ਦੇ ਵੱਲੋਂ ਭੇਜਿਆ ਹੋਇਆ ਉਹਨੇ ਹੱਥ ਜੋੜੇ ਹਨ। ਸ਼ਹਿਨਸ਼ਾਹ ਤੁਮ ਚਰਨ ਨਿਹੋਰੇ। ਇਹ ਸ਼ਹਿਨਸ਼ਾਹ ਬਾਦਸ਼ਾਹ ਜਿਹੜੇ ਹਨ ਅਕਬਰ, ਉਹ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਸਾਨੂੰ ਭੇਜਿਆ ਤੇ ਤੁਹਾਡੇ ਚਰਨ ਜਿਹੜੇ ਉਹ ਤੱਕ ਰਿਹਾ। ਭਾਵ ਤੁਹਾਡੇ ਚਰਨਾਂ ਦਾ ਓਟ ਆਸਰਾ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਤੱਕਦਾ ਹੈ। ਰਾਵਰ ਨਿਕਟ ਪਠਾਵਨ ਕੀਨੇ। ਇਸ ਕਰਕੇ ਸਾਨੂੰ ਤਿੰਨਾਂ ਨੂੰ ਬਾਦਸ਼ਾਹ ਨੇ ਤੁਹਾਡੇ ਪਾਸ ਬੇਨਤੀ ਲੈ ਭੇਜਿਆ ਹੈ। ਜਸ ਤੁਮਰੋ ਸ਼ਰਵਨਨ ਸੁਨ ਲੀਨੇ। ਕਿਉਂਕਿ ਅਕਬਰ ਬਾਦਸ਼ਾਹ ਨੇ ਤੁਹਾਡੀ ਬਹੁਤ ਮਹਿਮਾ ਜਸ ਜਿਹੜੀ ਹੈ ਉਹ ਸੁਣੀ ਹੋਈ ਹੈ ਕੰਨਾਂ ਰਾਹੀਂ। ਪਠੀ ਉਪਾਇ ਨ ਸ਼ਰਧਾ ਧਰ ਕੈ। ਮਨ ਵਿੱਚ ਬੜੀ ਸ਼ਰਧਾ ਰੱਖ ਕੇ ਇਹ ਸਤਿਗੁਰੂ ਜੀ ਤੁਹਾਡੇ ਤਾਂ ਹੀ ਇਹ ਸਾਰੀਆਂ ਬੇਸ਼ਕੀਮਤੀ ਭੇਟਾਵਾਂ ਭੇਜੀਆਂ ਹਨ। ਬਾਰ ਬਾਰ ਬਹ ਬਿਨੈ ਉਚਰ ਕੈ। ਤੇ ਨਾਲ ਹੀ ਅਕਬਰ ਬਾਦਸ਼ਾਹ ਨੇ ਤੁਹਾਡੇ ਤਾਈਂ ਵਾਰ-ਵਾਰ ਸਾਨੂੰ ਕਹਿ ਕੇ ਭਾਵ ਬੜੀਆਂ ਬੇਨਤੀਆਂ ਸਾਡੇ ਹੱਥ ਭੇਜੀਆਂ। ਅਕਬਰ ਬਾਦਸ਼ਾਹ ਨੇ ਇਹ ਭੇਟਾਵਾਂ ਵੀ ਭੇਜੀਆਂ, ਨਾਲ ਹੀ ਮਹਾਰਾਜ ਤੁਹਾਡੇ ਚਰਨਾਂ ਵਿੱਚ ਵਾਰ-ਵਾਰ ਅਕਬਰ ਦੀ ਇਹ ਬੇਨਤੀ ਬਾਦਸ਼ਾਹ ਦੀ। ਸਭ ਸਭ ਪਾਸਣ ਤੇ ਹੋਏ ਨਿਰਾਸੇ। ਤੋ ਉਹ ਕਹਿੰਦੇ ਆ ਕਿ ਸਾਰਿਆਂ ਪਾਸਿਆਂ ਤੋਂ ਅਕਬਰ ਬਾਦਸ਼ਾਹ ਜਿਹੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਰਾਸ਼ ਹੋ ਚੁੱਕਿਆ। ਭਾਵ ਬੜੇ ਪੀਰ ਫਕੀਰ ਉਹਨੇ ਧਿਆਏ ਹੈ ਪਰ ਉਹਦੀ ਕਿਸੇ ਨੇ ਵੀ ਆਸਾ ਪੂਰੀ ਨਹੀਂ ਕੀਤੀ ਹੈ। ਪਠਿਓ ਹਮੈ ਕੋ ਅਵਰ ਰਾਵਰ ਪਾਸੇ। ਇਸ ਕਰਕੇ ਇਹ ਸੱਚੇ ਪਾਤਸ਼ਾਹ ਜੀ ਸਾਨੂੰ ਤੁਹਾਡੇ ਪਾਸ ਭੇਜਿਆ ਅਕਬਰ ਬਾਦਸ਼ਾਹ ਨੇ, ਕਿਉਂਕਿ ਬੜੇ ਪੀਰ ਫਕੀਰ ਮਨਾਏ ਹੈ, ਕਿਸੇ ਪਾਸੋਂ ਵੀ ਉਹਦੀ ਆਸਾ ਪੂਰੀ ਨਹੀਂ ਹੋਈ। ਨਿਰਾਸ਼ ਹੋ ਕਰਕੇ ਉਹਨਾਂ ਤੁਹਾਡੇ ਚਰਨਾਂ ਦਾ ਆਸਰਾ ਤੱਕਿਆ ਤੇ ਸਾਨੂੰ ਤੁਹਾਡੇ ਪਾਸ ਬੇਨਤੀ ਲੈ ਭੇਜਿਆ ਹੈ। ਕੀਰਤ ਸ਼੍ਰੀ ਨਾਨਕ ਕੀ ਸੁਨ ਕੈ। ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੀ ਵਡਿਆਈ ਜਿਹੜੀ ਹੈ ਉਹ ਅਕਬਰ ਬਾਦਸ਼ਾਹ ਨੇ ਬਹੁਤ ਥਾਵਾਂ ਤੋਂ ਸੁਣੀ ਹੋਈ ਹੈ। ਗੁਰ ਅੰਗਦ ਕੀ ਗੁਰਤਾ ਗੁਣ ਕੈ। ਤੇ ਤੁਹਾਡੇ ਪਾਸ ਹੀ ਤੁਹਾਨੂੰ ਤਾਂ ਭੇਜਿਆ ਵੀ ਗੁਰ ਅੰਗਦ ਕੀ ਗੁਰਤਾ ਗੁਣ ਕੈ, ਵੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਗੁਰਤਾ ਜਿਹੜੀ ਹੈ ਉਹ ਤੁਹਾਡੇ ਪਾਸ ਜਾਣੀ ਆ। ਗੁਰਤਾ ਨਾਮ ਹੈ ਵਡਿਆਈ ਦਾ ਵੀ। ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਵਡਿਆਈ ਜਿਹੜੀ ਹੈ ਉਹ ਚੰਗੀ ਤਰ੍ਹਾਂ ਅਕਬਰ ਪਾਤਸ਼ਾਹ ਨੇ ਜਾਣੀ ਹੈ। ਰਾਵਰ ਕੀ ਮਹਿਮਾ ਕਹ ਮਾਨ। ਤੇ ਮਹਾਰਾਜ ਤੁਹਾਡੀ ਜਿਹੜੀ ਮਹਿਮਾ ਹੈ ਉਹਨੂੰ ਵੀ ਚੰਗੀ ਤਰ੍ਹਾਂ ਉਹਨੇ ਮੰਨਿਆ ਅਕਬਰ ਪਾਤਸ਼ਾਹ ਨੇ। ਪਠਿਓ ਹਮੈ ਅਕਬਰ ਸੁਲਤਾਨ। ਅਕਬਰ ਬਾਦਸ਼ਾਹ ਨੇ ਸਤਿਗੁਰੂ ਜੀ ਸਾਨੂੰ ਤੁਹਾਡੇ ਪਾਸ ਇਉਂ ਭੇਜਿਆ ਬੇਨਤੀ ਦੇ ਕਰਕੇ। ਕੀਣਸ ਦਿੱਲੀ ਤੇ ਪ੍ਰਸਥਾਨ। ਉਹ ਬੇਨਤੀ ਇਹ ਹੈ ਵੀ ਅਕਬਰ ਬਾਦਸ਼ਾਹ ਨੇ ਦਿੱਲੀ ਤੋਂ ਚੜ੍ਹਾਈ ਕੀਤੀ ਸੀ ਕੁਝ ਸਾਲ ਪਹਿਲਾਂ। ਬਿਗਰ ਪਰੇ ਰਜਪੂਤ ਮਹਾਨ। ਉਹ ਤਾਂ ਕੀਤੀ ਹੈ ਵੀ ਰਾਜਪੂਤ ਜਿਹੜੇ ਦੋ ਭਾਈ ਜੈਮਲ ਤੇ ਫੱਤਾ ਸਨ ਉਹ ਕਿਸੇ ਕਾਰਨ ਬਾਦਸ਼ਾਹ ਅਕਬਰ ਦੇ ਨਾਲ ਵਿਗੜ ਪਏ ਸਨ, ਵਿਗੜੇ ਸਨ, ਆਕੀ ਹੋ ਗਏ ਐ। ਤਹਾਂ ਜੰਗ ਐਸੋ ਕਸ਼ ਹੋਵਾ। ਤੇ ਉੱਥੇ ਹੁਣ ਚਿਤੌੜਗੜ੍ਹ ਦੇ ਕਿਲੇ ਤੇ ਅਕਬਰ ਨੇ ਚੜ੍ਹਾਈ ਕੀਤੀ ਸੀ ਕੁਝ ਸਾਲ ਪਹਿਲਾਂ ਤੇ ਹੁਣ ਉੱਥੇ ਬੜਾ ਭਾਰੀ ਮਹਾਰਾਜ ਇਹੋ ਜਿਹਾ ਬੜਾ ਘਮਸਾਨ ਦਾ ਯੁੱਧ ਹੋ ਰਿਹਾ ਹੈ। ਗਨ ਸੁਭਟਨ ਕੋ ਰਣ ਥਲ ਸੋਵਾ। ਤੇ ਬੜੇ ਵੱਡੇ ਵੱਡੇ ਸੂਰਮੇ ਜਿਹੜੇ ਆ ਉਹ ਅਕਬਰ ਦੀ ਫੌਜ ਦੇ ਜਾਂ ਦੋ ਪਾਸਿਓਂ ਜੰਗ ਦੇ ਮੈਦਾਨ ਵਿੱਚ ਮਰ ਚੁੱਕੇ ਆ, ਮਿੱਟੀ ਵਿੱਚ ਮਿਲ ਗਏ ਆ, ਮੌਤ ਦੀ ਨੀਂਦ ਸੌਂ ਗਏ ਆ। ਤੋਪਾਂ ਬਹੁਤ ਬਰਖ ਚਲਵਾਈ। ਤੋ ਇਸ ਤਰ੍ਹਾਂ ਫਿਰ ਬੜੀਆਂ ਤੋਪਾਂ ਦੋ ਪਾਸੋਂ ਚੱਲੀਆਂ। ਇਧਰ ਅਕਬਰ ਪਾਸ ਭਾਰੀ ਲਸ਼ਕਰ ਹੈ, ਬੜੀਆਂ ਤੋਪਾਂ ਚਿਤੌੜ ਦਾ ਕਿਲਾ ਭੰਨਣ ਵਾਸਤੇ, ਰਾਜਪੂਤਾਂ ਨੂੰ ਮਾਰਨ ਵਾਸਤੇ
ਅਕਬਰ ਬਾਦਸ਼ਾਹ ਨੇ ਚਲਾਈਆਂ ਸਨ ਗੋਲੇ ਬੜੇ ਦਾਗੇ ਆ ਧੂਮ ਧਾਰ ਨਭ ਮਹਿ ਤੇ ਬਹੁਸ਼ਾਈ ਬੜੀ ਧੂਆਂ ਧਾਰ ਅਸਮਾਨ ਵਿੱਚ ਛਾ ਰਹੀ ਹੈ। ਸਾਰਾ ਅਸਮਾਨ ਵੀ ਧੂਏ ਨਾਲ ਕਾਲਾ ਹੋ ਰਿਹਾ ਹੈ ਅਨੇਕ ਸੁਰੰਗਾਂ ਖੋਦ ਤੇ ਉਡਾਈ ਬੜੀਆਂ ਜਿਹੜੀਆਂ ਸੁਰੰਗਾਂ ਹਨ ਉਹ ਖੋਦ ਖੋਦ ਕੇ ਉਡਾਈਆਂ ਨੇ। ਭਾਵ ਖੋਜ ਖੋਜ ਕੇ ਕਹਿ ਲੋ, ਖੋਦ ਖੋਦ ਕੇ ਕਹਿ ਲੋ, ਪੱਟ ਪੱਟ ਕੇ ਉਡਾ ਦਿੱਤੀਆਂ ਬੰਬਾਂ ਦੇ ਨਾਲ। ਲੱਖਾਂ ਜਵਾਲਾ ਬਮਣ ਤੇ ਛੁਟਾਈ ਲੱਖਾਂ ਦੀ ਗਿਣਤੀ ਵਿੱਚ ਜਿਹੜੀਆਂ ਨਿਤਾ ਪ੍ਰਤੀ ਬੰਦੂਕਾਂ ਜਿਹੜੀਆਂ ਉਹ ਚੱਲ ਰਹੀਆਂ, ਗੋਲੀਆਂ ਚੱਲਦੀਆਂ ਹਨ। ਨਿਕ ਸਹਿ ਬਹਿਰ ਦੁਰਗ ਤੇ ਰਾਜੇ ਜਿਹੜੇ ਉਹ ਰਾਜੇ ਆ ਰਾਜਪੂਤ, ਉਹ ਕਈ ਕਈ ਵਾਰੀ ਦੁਰਗ ਤੋਂ ਭਾਵ ਚਿਤੌੜਗੜ੍ਹ ਦੇ ਕਿਲੇ ਤੋਂ ਕਦੇ ਬਾਹਰ ਨਿਕਲ ਆਉਂਦੇ ਆ। ਬੱਜਹਿ ਜੁਝਾਊ ਦੋਹ ਦਿਸ਼ ਬਾਜੇ ਤੇ ਦੋ ਪਾਸਿਓਂ ਫਿਰ ਬੜੇ ਨਗਾਰੇ ਵੱਜਦੇ ਆ, ਮਾਰੂ ਬੜੇ ਭਾਰੀ ਜਿਹੜੇ ਵੈ ਉਹ ਜੰਗੀ ਸਾਜ਼ ਵੱਜਦੇ ਹਨ। ਜੋਧਾ ਪਿਰਹਿ ਪਰਸ ਪਾਨ ਕਰੇ ਆ ਕੀ ਦਸੀਏ ਸਤਿਗੁਰੂ ਜੀ, ਆਪਸ ਵਿੱਚ ਬੜੇ ਭਾਰੀ ਯੋਧੇ ਫਿਰ ਇੱਕ ਦੂਜੇ ਨਾਲ ਬੜਾ ਭੇੜ ਕਰਦੇ ਆ, ਜੰਗ ਕਰਦੇ ਹਨ। ਲਰਹਿ ਮਰਹਿ ਗਿਰ ਸ਼ਰੋਣਿਤ ਤੇ ਸਨੇ ਬੜੇ ਲੜਦੇ ਲੜਦੇ ਮਰਦੇ ਵੀ ਆ, ਹੱਥ ਬਾਂਹ ਵੱਢੇ ਜਾਂਦੇ ਆ, ਸਿਰ ਉੱਡਦੇ ਆ, ਲਹੂ ਦੇ ਨਾਲ ਸਾਰੀ ਧਰਤੀ ਲਾਲ ਹੋ ਰਹੀ ਹੈ। ਇਸ ਬਿਧ ਮਚ ਹੈ ਘੋਰ ਸੰਗਰਾਮੂ ਇਸ ਤਰ੍ਹਾਂ ਬੜੇ ਸਾਲਾਂ ਤੋਂ ਗੁਰੂ ਅਮਰਦਾਸ ਮਹਾਰਾਜ ਜੀ ਚਿਤੌੜਗੜ੍ਹ ਵਿਖੇ ਸਤਿਗੁਰੂ ਜੀ ਬਹੁਤ ਭਾਰੀ ਯੁੱਧ ਜਿਹੜਾ ਬੜੇ ਸਾਲਾਂ ਤੋਂ ਮਚ ਰਿਹਾ ਹੈ। ਲੱਖ ਨਰ ਪਹੁੰਚਹਿ ਜਮ ਧਾਮ ਆ ਜੇਠ ਜੰਗ ਦੇ ਮੈਦਾਨ ਵਿੱਚ ਲੱਖਾਂ ਹੀ ਸੂਰਮੇ, ਲੱਖਾਂ ਹੀ ਸੈਨਿਕ ਜਿਹੜੇ ਵੈ ਉਹ ਜਮ ਦੇ ਧਾਮ ਨੂੰ ਭਾਵ ਯਮਰਾਜ ਪਾਸ ਪਹੁੰਚ ਚੁੱਕੇ ਆ। ਅਨਿਕ ਉਪਾਉ ਸ਼ਾਹ ਕਰ ਰਹੇ ਹੋ ਇਧਰ ਬਾਦਸ਼ਾਹ ਅਕਬਰ ਨੇ ਬੜੇ ਹੀ ਉਪਾਅ ਕੀਤੇ, ਬੜੀਆਂ ਤਰਕੀਬਾਂ ਸਕੀਮਾਂ ਨੀਤੀਆਂ ਬਣਾਈਆਂ, ਗੜ੍ਹ ਚਿਤਾਰ ਕੋ ਕਿਆ ਨਾ ਲਹਿਓ ਪਰ ਕਿਸੇ ਤਰ੍ਹਾਂ ਵੀ ਚਿਤੌੜ ਦਾ ਜਿਹੜਾ ਗੜ੍ਹ ਕਿਲਾ ਹੈ ਉਹ ਫਤਿਹ ਨਹੀਂ ਹੋਇਆ। ਬੜੀਆਂ ਵਿਉਂਤਾਂ ਨੀਤੀਆਂ ਬਣਾਈਆਂ ਅਕਬਰ ਨੇ ਮਹਾਰਾਜ, ਪਰ ਕਿਸੇ ਤਰ੍ਹਾਂ ਵੀ ਚਿਤੌੜਗੜ੍ਹ ਦਾ ਕਿਲਾ ਫਤਿਹ ਨਹੀਂ ਹੋ ਰਿਹਾ ਹੈ। ਸਭ ਪੀਰਨ ਕੇ ਬਾਕ ਸਿਮਰ ਕੈ ਬੜੇ ਪੀਰਾਂ ਫਕੀਰਾਂ ਨੂੰ ਮਨਾਇਆ ਤੇ ਪੀਰਾਂ ਫਕੀਰਾਂ ਦੇ ਬਚਨਾਂ ਨੂੰ ਵੀ ਸਿਮਰਨਾ ਕੀਤਾ ਅਕਬਰ ਨੇ। ਰਹਿਓ ਸ਼ਾਹੋ ਅਚਰਜ ਉਰ ਧਰ ਕੈ ਤੇ ਪਰ ਜਿਹੜਾ ਬਾਦਸ਼ਾਹ ਹੈਰਾਨ ਹੁੰਦਾ ਹੈ ਵੀ ਇੰਨੇ ਪੀਰਾਂ ਫਕੀਰਾਂ ਨੂੰ ਪੂਜਿਆ ਹੈ, ਪੀਰਾਂ ਨੂੰ ਪੂਜਣ ਦੇ ਬਾਅਦ ਉਹਨਾਂ ਬਚਨ ਕੀਤੇ ਸੀ ਪੀਰਾਂ ਨੇ ਵੀ ਤੇਰੀ ਜਿੱਤ ਹੋਵੇਗੀ, ਪਰ ਹੁਣ ਅਕਬਰ ਹੈਰਾਨ ਹੁੰਦਾ ਵੀ ਸਾਰੇ ਪੀਰਾਂ ਦੇ ਕਹੇ ਬਚਨ ਹੀ ਖਾਲੀ ਨਿਕਲ ਰਹੇ ਆ। ਕਾਰਜ ਸਰਿਓ ਨਾ ਜਾਵੇ ਕਿਸ ਭਾਂਤ ਕਿਸੇ ਤਰ੍ਹਾਂ ਵੀ ਜਦੋਂ ਅਕਬਰ ਬਾਦਸ਼ਾਹ ਦਾ ਕੰਮ ਨਹੀਂ ਪੂਰਾ ਹੋਇਆ, ਇਹ ਚਿਤੌੜ ਦਾ ਕਿਲਾ ਜੰਗ ਫਤਿਹ ਨਹੀਂ ਹੋਈ ਹੈ। ਸੁਨਤ ਮਰੀ ਕੀਰਤ ਅਬਦਾਤ ਤੇ ਮਹਾਰਾਜ ਤੁਹਾਡੀ ਪ੍ਰਤੱਖ ਪ੍ਰਗਟ ਹੀ ਕੀਰਤੀ ਵਡਿਆਈ ਸੰਸਾਰ ਵਿੱਚ ਅਕਬਰ ਬਾਦਸ਼ਾਹ ਨੇ ਮੁਸਲਮਾਨਾਂ ਹਿੰਦੂਆਂ ਸਭ ਪਾਸੋਂ ਸੁਣੀ ਹੋਈ ਹੈ। ਬਚਨ ਆਪ ਕੇ ਸੁਨਬੇ ਕਾਰਨ ਤੇ ਤੁਹਾਡੇ ਪਾਵਨ ਪਵਿੱਤਰ ਵਾਕ ਲੈਣ ਵਾਸਤੇ, ਤੁਹਾਡਾ ਬਚਨ ਹੁਕਮ ਲੈਣ ਵਾਸਤੇ ਪਠਿਓ ਉਤਾਇਲ ਕਾਰਜ ਸੁਧਾਰਨ ਵੀ ਮਹਾਰਾਜ ਜੇ ਕੋਈ ਬਚਨ ਕਰਨ ਗੁਰੂ ਅਮਰਦਾਸ ਜੀ ਤੇ ਸਾਡਾ ਕੰਮ ਜਿਹੜਾ ਵਾ ਸੁਧ ਹੋ ਸਕਦਾ। ਇਸ ਲਈ ਅਕਬਰ ਬਾਦਸ਼ਾਹ ਨੇ ਇਹ ਸੱਚੇ ਪਾਤਸ਼ਾਹ ਜੀ ਤੁਹਾਡੇ ਪਾਸ ਸਾਨੂੰ ਹੁਕਮ ਤੁਹਾਡੇ ਬਚਨ ਲੈਣ ਵਾਸਤੇ, ਵਾਕ ਲੈਣ ਵਾਸਤੇ ਬੇਨਤੀ ਦੇ ਭੇਜਿਆ। ਤੋ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਕੋਈ ਆਪ ਹੁਕਮ ਕਰੋ, ਕੋਈ ਬਚਨ ਕਰੋ ਜਿਹੜਾ ਪੂਰਾ ਹੋਵੇ ਅਕਬਰ ਦਾ ਕੰਮ, ਅਕਬਰ ਬਾਦਸ਼ਾਹ ਜਿਹੜਾ ਇਹ ਜੰਗ ਜਿੱਤ ਸਕੇ। ਹਮਰਾਵਰ ਕੀ ਸ਼ਰਣੀ ਪਰੇ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਹੱਥ ਜੋੜ ਕੇ ਤੇ ਆਪ ਜੀ ਕੇ ਚਰਨੀ ਪੈਂਦੇ ਹਾਂ। ਪੂਰਾ ਪੈਜ ਤਹਾਂ ਜਿਮ ਕਰੇ ਮਹਾਰਾਜ ਆਪ ਜੀ ਉਹਨਾਂ ਦੀ ਪੈਜ ਰੱਖੋ। ਅਕਬਰ ਬਾਦਸ਼ਾਹ ਕਹਿੰਦਾ ਮੇਰੀ ਪੈਜ ਰੱਖੋ ਸੱਚੇ ਪਾਤਸ਼ਾਹ ਜੀ, ਜਿਵੇਂ ਮਰਜ਼ੀ ਕਰੋ ਆਪ ਜੀ। ਸ਼੍ਰੀ ਨਾਨਕ ਸੋ ਵੱਡੋ ਹਮਾਰੋ ਭਾਵ ਜਿਵੇਂ ਕਿਵੇਂ ਮਹਾਰਾਜ ਆਪ ਕਿਰਪਾ ਕਰਕੇ ਕਰੋ, ਪੈਜ ਰੱਖੋ, ਕੋਈ ਹੁਕਮ ਕਰੋ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਆ ਉਹ ਸਾਡੇ ਵੱਡੇ ਹਨ, ਸਾਰਿਆਂ ਤੋਂ ਵੱਡੇ ਆ। ਮਿਲ ਕਰ ਪਾਇਓ ਰਾਜ ਉਦਾਰੋ ਕਿਉਂਕਿ ਅਕਬਰ ਬਾਦਸ਼ਾਹ ਕਹਿੰਦਾ ਹੈ ਵੀ ਸਾਡੇ ਜਿਹੜੇ ਵੱਡੇ ਬਜ਼ੁਰਗ ਸਨ, ਬਾਬਰ ਵਰਗੇ ਭੇਡਾਂ ਚਾਰਦੇ ਰਹੇ ਆ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਸੀ ਕਿਸੇ ਸਮੇਂ ਵੀ ਬਾਬਰ ਨਿਆਂ ਕਰੀ ਤੇਰਾ ਰਾਜ ਨਹੀਂ ਨਸ਼ਟ ਹੋਵੇਗਾ। 7 ਪੁਸ਼ਤਾਂ ਦਾ ਰਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੁਹਾਡੇ ਵੱਡੇ ਵਡੇਰਿਆਂ ਨੇ, ਅਕਬਰ ਬਾਦਸ਼ਾਹ ਕਹਿੰਦਾ ਸਾਡੇ ਵੱਡਿਆਂ ਨੂੰ ਦਿੱਤਾ ਸੀ। ਜਾਂ ਤੇ ਹਮ ਤੇ ਨਹੀਂ ਕਿ ਅਹੈ ਇਸ ਕਰਕੇ ਅਕਬਰ ਬਾਦਸ਼ਾਹ ਬੇਨਤੀ ਘੱਲਦਾ ਮਹਾਰਾਜ ਵੀ ਅਸੀਂ ਸੱਚੇ ਪਾਤਸ਼ਾਹ ਜੀ ਤੁਹਾਡੇ ਹੀ ਆ, ਸਾਡੇ ਬਜ਼ੁਰਗ ਵੀ ਵੱਡੇ ਵੀ ਤੁਹਾਡੇ ਸੀ ਬਾਬਰ ਵਰਗੇ ਮਹਾਰਾਜ, ਹੁਣ ਅਸੀਂ ਵੀ ਤੁਹਾਡੇ ਹੀ ਆਸਰੇ, ਤੁਹਾਡੇ ਹੀ ਬੱਚੇ ਬਾਲ ਹਾਂ। ਹਮਰੀ ਸ਼ਰਮ ਆਪ ਹੀ ਲਹੈ ਤੇ ਮਹਾਰਾਜ ਸਾਡੀ ਲਾਜ ਜਿਹੜੀ ਲੱਜਾ ਹੈ, ਸਾਡੀ ਇੱਜ਼ਤ ਪੈਜ ਆਵਰੋ, ਉਹਦੀ ਲਾਜ ਮਹਾਰਾਜ ਸਤਿਗੁਰੂ ਤੁਹਾਨੂੰ ਹੀ ਹੈ, ਤੁਹਾਡੇ ਘਰ ਨੂੰ ਹੀ ਹੈ। ਮਹਾਰਾਜ ਅਸੀਂ ਬਾਬਰ ਦਾ ਪਰਿਵਾਰ ਆ,
ਸਾਡੇ ਪਰਿਵਾਰ ਨੂੰ ਅੱਗੇ ਵੀ ਮਹਾਰਾਜ ਸਾਡੇ ਪਰਿਵਾਰ ਦੀ ਲੱਜਾ ਇੱਜ਼ਤ ਆਪ ਪੈਜ ਜਿਹੜੀ ਆਬਰੂ ਰੱਖੀ ਤੁਸਾਂ ਰੱਖੀ ਹੈ। ਤੇ ਹੁਣ ਵੀ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਥਾਵੀਂ ਆਪ ਹੋ ਤੇ ਤੀਜੇ ਥਾਵੀਂ ਮਹਾਰਾਜ ਸਾਡੇ ਕੋਲ ਤਖਤ ਹੈ ਜਿਹੜਾ ਸਿੰਘਾਸਣ ਹੈ। ਤੋ ਮਹਾਰਾਜ ਆਪ ਸੰਸਾਰ ਦੇ ਪੂਜਨੀਕ ਪਰਮੇਸ਼ਰ ਸਰੂਪ ਹੋ। ਅੱਗੇ ਵੀ ਲਾਜ ਰੱਖੀ ਹੈ ਸਤਿਗੁਰੂ ਜੀ ਤੇ ਸਾਡੇ ਪਰਿਵਾਰ ਦੀ ਹੁਣ ਵੀ ਲਾਜ ਰੱਖੋ। ਰਾਵਰ ਕੀ ਮੈਂ ਸੁਣੀ ਵਡਾਈ। ਤੇ ਅਕਬਰ ਕਹਿੰਦਾ ਵੀ ਆਪ ਜੀ ਦੀ ਮਹਾਰਾਜ ਮੈਂ ਬਹੁਤ ਵਡਿਆਈ ਸੋਭਾ ਪਹਿਲਾਂ ਸੁਣੀ ਹੋਈ ਹੈ। ਪਰੈ ਸ਼ਰਨ ਤਜ ਆਸ ਪਰਾਈ। ਤੇ ਹੋਰ ਸਾਰੇ ਪਾਸੋਂ ਪੀਰਾਂ ਫਕੀਰਾਂ ਦੀਆਂ ਆਸਾਂ ਛੱਡ ਕੇ ਮਹਾਰਾਜ ਮੈਂ ਤੁਹਾਡੀ ਚਰਨੀ ਪੈਂਦਾ ਹਾਂ। ਜਿਸ ਕੇ ਸਦਾ ਸਹਾਈ ਹੋਤ। ਤੇ ਜਿਹੜਾ ਤੁਹਾਡੇ ਚਰਨੀ ਪੈਂਦਾ ਆਪ ਉਹਦੇ ਸਦਾ ਸਹਾਈ ਹੁੰਦੇ ਹੋ ਮਦਦ ਕਰਦੇ ਹੋ। ਚਿੰਤਾ ਸਗਰੀ ਸੰਕਟ ਖੋਤ। ਤੇ ਮਹਾਰਾਜ ਸਾਰੀ ਚਿੰਤਾ ਜਿਹੜੀ ਉਹਦੀ ਤੁਸੀਂ ਨਾਸ਼ ਕਰਦੇ ਹੋ ਸਭ ਦੁੱਖਾਂ ਦਾ ਨਾਸ਼ ਕਰਦੇ ਹੋ। ਸ਼੍ਰੀ ਗੁਰ ਅਮਰਦਾਸ ਸੁਨ ਬੈਨ। ਇਹੋ ਜਿਹੇ ਬਚਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਜਦੋਂ ਸੁਣੇ ਹਨ। ਬ੍ਰਿਧ ਬੈਸ ਜਿਨ ਆਇਤ ਨੈਨ। ਜਿਨ੍ਹਾਂ ਦੀ ਉਮਰਾਂ ਬਹੁਤ ਬਜ਼ੁਰਗ ਹੈ ਤੇ ਵਡੇਰੀ ਉਮਰ ਵਾਲੇ ਸਤਿਗੁਰੂ ਨੇਤਰ ਜਿਨ੍ਹਾਂ ਦੇ ਬੜੇ ਸੁੰਦਰ ਚੌੜੇ ਕਮਲ ਦੀ ਪੰਖੜੀ ਵਾਤਰ ਹਨ। ਛਤ ਬਰਖਨ ਲਾ ਪਹੁੰਚੇ ਜਾਏ। ਉਹ ਸੱਚੇ ਪਾਤਸ਼ਾਹ ਦੀ ਉਮਰ ਇਸ ਵਕਤ ਕਵੀ ਜੀ ਕਹਿੰਦੇ ਜਿਹੜੇ ਸਤਿਗੁਰੂ ਜੀ 100 ਵਰਿਆਂ ਦੇ ਕਰੀਬ ਪਹੁੰਚਣ ਵਾਲੇ ਹਨ ਜਾਂ ਪਹੁੰਚੇ ਆ। ਬਿਸਦ ਸ਼ਮਸ ਬਾਰ ਬਦਨ ਸੁਹਾਏ। ਸੱਚੇ ਪਾਤਸ਼ਾਹ ਜੀਆਂ ਦਾ ਦੁੱਧ ਚਿੱਟਾ ਦਾੜਾ ਜਿਹੜਾ ਵਾ ਅਰ ਮੁਖ ਦੇ ਉੱਪਰ ਤੇ ਚਿੱਟੇ ਹੀ ਵਸਤਰ ਸਤਿਗੁਰਾਂ ਨੂੰ ਸੋਭ ਰਹੇ ਹਨ। ਤਾਠ ਪ੍ਰਪਾਨ ਲਗ ਜਿਨ ਕੋ ਅਹੈ। ਤੋ ਸੱਚੇ ਪਾਤਸ਼ਾਹ ਮਾਰੇ ਗੁਰੂ ਗਰੀਬ ਨਵਾਜ ਐਸੇ ਹਨ। ਗੁਰੂ ਗਰੀਬ ਨਵਾਜ ਤਾਠ ਨਹੀਂ ਤਨ ਹੈ ਤਨ ਪ੍ਰਮਾਨ ਭਾਵ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਦੀ ਐਸੀ ਕਵੀ ਜੀ ਕਹਿੰਦੇ ਉਮਰ ਹੈ। ਦੀਨਾ ਬੰਧੂ ਪਾਤਸ਼ਾਹ ਜੀਆਂ ਦੀ ਕੱਦ ਜਿਨ੍ਹਾਂ ਦਾ ਬਹੁਤ ਮਧਰਾ ਹੈ। ਛੋਟਾ ਕੱਦ ਚਿੱਟਾ ਦਾੜਾ ਸਰੀਰ ਬੁੱਢਾ ਹੈ। ਤਬ ਪੀ ਤਪ ਤਾਪਤ ਅਤ ਰਹੈ। ਉਹ ਤਾਂ ਵੀ ਬੜਾ ਤਾਪ ਕਰਦੇ ਆ ਸੱਚੇ ਪਾਤਸ਼ਾਹ ਜੀ ਬਹੁਤ ਭਾਰੀ ਤਪ ਤਾਪਦੇ ਆ। ਕਿੰਨਾ ਕੁ ਤਾਪਦੇ ਆ ਉਹ ਕਿੱਲੀ ਨੂੰ ਹੱਥ ਪਾ ਕੇ ਨੀਂਦ ਨਾ ਆ ਜਾਵੇ ਖੜ ਕੇ ਗੁਰੂ ਅਮਰਦਾਸ ਮਹਾਰਾਜ ਜੀ ਤਪ ਕਰਦੇ ਆ। ਇਹੋ ਜਿਹੇ ਦੀਨਾ ਬੰਧੂ ਸਤਿਗੁਰੂ ਹਨ। ਪੁਰਸ਼ੋਤਮ ਸਭ ਸੁਖ ਪਰ ਹਰ ਕੈ। ਉਹ ਸੱਚੇ ਪਾਤਸ਼ਾਹ ਪੁਰਸ਼ੋਤਮ ਹੈ ਉੱਤਮ ਪੁਰਸ਼ ਹਨ। ਸੱਚੇ ਸਤਿਗੁਰੂ ਗੁਰੂ ਗਰੀਬ ਨਵਾਜ ਜੀ ਉੱਤਮ ਪੁਰਸ਼ ਵੀ ਆ ਸੱਚੇ ਪਾਤਸ਼ਾਹ ਜੀ। ਤੇ ਸੁਖ ਸਭ ਸਾਰੇ ਸੁੱਖਾਂ ਨੂੰ ਛੱਡ ਕਰਕੇ ਤਪ ਕਰਦੇ ਆ। ਮਹਾਰਾਜ ਦੇ ਘਰ ਸਭ ਕੁਝ ਹੈ। ਪਰਮੇਸ਼ਰ ਸਰੂਪ ਹਨ ਬ੍ਰਹਮ ਦਾ ਸਰੂਪ ਹੈ। ਪਰ ਫਿਰ ਵੀ ਮਹਾਰਾਜ ਜੀ ਵੇਖੋ ਬਾਣੀ ਬਹੁਤ ਪੜ੍ਹਦੇ ਆ। ਬੜਾ ਸਰੀਰ ਨੂੰ ਤਪਾ ਕੇ ਰੱਖਦੇ ਹਨ। ਕਸ ਹੈ ਸਰੀਰ ਕਸ਼ਟ ਨਿਤ ਧਰ ਕੈ। ਸਰੀਰ ਨੂੰ ਆਲਸੀ ਨਹੀਂ ਹੋਣ ਦਿੰਦੇ। ਬੜਾ ਦੁੱਖ ਕਸ਼ਟ ਸਹਿ ਸਹਿ ਕੇ ਤਪ ਭਾਰੀ ਗੁਰੂ ਅਮਰਦਾਸ ਜੀ ਕਰਦੇ ਆ। ਸੁਨ ਕੈ ਸਿੱਖ ਕੇ ਬਾਕਸ ਦੀਨ। ਸਿੱਖਾਂ ਦੇ ਬਾਗ ਜਿਹੜੇ ਵਾ ਬਚਨ ਜਿਹੜੇ ਸਹਿਤ ਦੀਨਤਾ ਦੇ ਸੁਣ ਕਰਕੇ ਅਕਬਰ ਸ਼ਰਧਾ ਜਾਨ ਨਵੀਨ। ਭਾਵ ਜਿਹੜੇ ਆਏ ਹੋਏ ਆ ਨਾ 3 ਜਣੇ ਇਹਨਾਂ ਦੇ ਬਚਨ ਮਹਾਰਾਜ ਨੇ ਸੁਣੇ ਤੇ ਸਤਿਗੁਰਾਂ ਜਾਣਿਆ ਵੀ ਅਕਬਰ ਬਾਦਸ਼ਾਹ ਬਹੁਤ ਆਏ ਨਮਾਣਾ ਹੋ ਰਹੇ ਆ। ਬੜੀ ਨਿਮਰਤਾ ਧਾਰ ਕੇ ਬੇਨਤੀ ਭੇਜਦਾ ਹੈ। ਦੂਰ ਦੇਸ਼ ਤੇ ਪਹੁੰਚੇ ਆਏ। ਇਹਦੇ ਮਨ ਵਿੱਚ ਬੜੀ ਨਵੀਂ ਸ਼ਰਧਾ ਹੈ ਤੇ ਦੂਰੋਂ ਦੇਸ਼ੋਂ ਅਕਬਰ ਦੇ ਕੱਲੇ ਹੋਏ ਜਿਹੜੇ ਆ ਬੰਦੇ ਇਹ ਸੇਵਕ ਅਕਬਰ ਦੇ ਸਾਡੇ ਪਾਸ ਆਏ ਹਨ। ਇਨ ਕੀ ਆਸਾ ਪੂਰ ਕਰਾਏ। ਮਹਾਰਾਜ ਨੇ ਵਿਚਾਰ ਕੀਤੀ ਵੀ ਹੁਣ ਅਸੀਂ ਇਹਨਾਂ ਦੀ ਇੱਛਾ ਆਸਾ ਜ਼ਰੂਰ ਪੂਰੀ ਕਰਾਂਗੇ। ਭਾਵ ਅਕਬਰ ਦੀ ਫਤਿਹ ਜ਼ਰੂਰ ਕਰਵਾਵਾਂਗੇ। ਏਮ ਮਨ ਠਾਨ ਮਹਾਨ ਕਿਰਪਾਲ। ਇਸ ਤਰ੍ਹਾਂ ਕਿਰਪਾ ਦੇ ਘਰ ਗੁਰੂ ਅਮਰਦਾਸ ਮਹਾਰਾਜ ਜੀਆਂ ਮਨ ਵਿੱਚ ਮਹਾਨ ਕਾਰਜ ਕਰਨ ਵਾਸਤੇ ਠਾਣੀ ਹੈ। ਬੋਲਤ ਭਏ ਬਾਕ ਤਿਸ ਕਾਲ। ਉਸ ਸਮੇਂ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਫਿਰ ਬਚਨ ਕੀਤਾ। ਇਹਨਾਂ ਤਿੰਨਾਂ ਤਾਈਂ ਸਤਿਗੁਰੂ ਐਮ ਬਾਕ ਕਰਦੇ ਆ। ਜਬ ਕੋ ਅਕਬਰ ਚੜ੍ਹਿਓ ਸੁਚੇਤ। ਮਹਾਰਾਜ ਕਹਿੰਦੇ ਭਾਈ ਜਦੋਂ ਦਾ ਅਕਬਰ ਜਿਹੜਾ ਤੁਹਾਡਾ ਬਾਦਸ਼ਾਹ ਸੁਚੇਤ ਹੋ ਕੇ ਚਿਤੌੜਗੜ੍ਹ ਤੇ ਚੜ੍ਹਾਈ ਕੀਤੀ ਹੈ। ਗੜ ਚਿਤੌੜ ਨਿਜ ਲੈਬੇ ਹੇਤ। ਤੇ ਆਪਦਾ ਉਹ ਗੜ ਚਿਤੌੜ ਦਾ ਕਿਲਾ ਜਿੱਤਣ ਵਾਸਤੇ ਜਦੋਂ ਉਹਦਾ ਤੁਹਾਡਾ ਬਾਦਸ਼ਾਹ ਅਕਬਰ ਜਿਹੜਾ ਹੈ ਉਹ ਦਿੱਲੀੋਂ ਚੜਿਆ ਹੋਇਆ ਚਿਤੌੜ ਤੇ। ਸਰਬ ਭਾਂਤ ਕਰ ਦਰ ਬਲ ਤਿਆਰੀ। ਜਿਹਨੇ ਬੜੀ ਫੌਜ ਦੇ ਨਾਲ ਸਾਰੇ ਪਾਸਿਓਂ ਚੰਗੀ ਤਿਆਰੀ ਕੀਤੀ ਸੀ। ਘੇਰਿਓ ਦੁਰਗ ਜਤਨ ਕਰ ਭਾਰੀ। ਤੇ ਬੜਾ ਭਿੜਿਆ ਉੱਥੇ ਘੇਰਿਆ ਕਿਲੇ ਨੂੰ ਬੜੇ ਯਤਨ ਕੀਤੇ ਆ ਤੋੜਨ ਭੰਨਣ ਦੇ। ਤਬ ਤੇ ਤਿਸੀ ਰੀਤ ਹਮ ਕੀਨ। ਤੇ ਮਹਾਰਾਜ ਕਹਿੰਦੇ ਉਦੋਂ ਦਾ ਹੀ ਸਾਡਾ ਵੀ ਭਾਈ ਇੱਥੇ ਯੁੱਧ ਲੱਗਿਆ ਹੋਇਆ। ਉਹ ਇਸ਼ਾਰਾ ਮਹਾਰਾਜ ਦਾ ਐ ਆ ਵੀ ਬੌਲੀ ਦਾ ਕੜ ਨਹੀਂ ਸੀ ਟੁੱਟ ਰਿਹਾ। ਥੱਲੇ ਰੋਡ ਬਹੁਤ ਆ ਰਹੇ ਸੀ ਬਹੁਤ ਪੱਥਰ ਜਿਵੇਂ ਕਹਿ ਲਓ ਪੱਕੇ ਰੋਡ ਆ ਰਹੇ ਸੀ
ਤੇ ਉਹ ਗੜ ਜਿਹੜਾ ਬੌਲੀ ਸਾਹਿਬ ਦਾ ਕਾਫੀ ਮੋਟਾ ਸੀ, ਉਹ ਟੁੱਟ ਨਹੀਂ ਸੀ ਰਿਹਾ। ਕਈ ਸਾਲ ਹੀ ਉਹ ਗੜ ਟੁੱਟਣ ਤੇ ਲੱਗ ਗਏ ਸਨ ਬੌਲੀ ਸਾਹਿਬ ਦਾ। ਤੋ ਮਹਾਰਾਜ ਜਾਣ ਨਹੀਂ ਜਾਣ, ਸਤਿਗੁਰੂ ਕਹਿੰਦੇ ਗੱਲ ਇਸ ਤਰ੍ਹਾਂ ਹੈ ਵੀ ਜਦੋਂ ਕੁਦਾ ਤੁਹਾਡਾ ਬਾਦਸ਼ਾਹ ਅਕਬਰ ਚੜ੍ਹਾਈ ਕਰਕੇ ਚਿਤੌੜ ਨੂੰ ਜਿੱਤਣ ਨੂੰ ਫਿਰਦਾ, ਉਧਰ ਤੁਹਾਡਾ ਕਿਲਾ ਨਹੀਂ ਟੁੱਟ ਰਿਹਾ। ਤੋ ਸਤਿਗੁਰੂ ਕਹਿੰਦੇ ਉਦੋਂ ਦਾ ਹੀ ਸਾਡਾ ਸਿੱਖਾਂ ਦਾ ਇੱਥੇ ਯੁੱਧ ਲੱਗਾ ਹੋਇਆ, ਸਾਡਾ ਇੱਧਰ ਜਿਹੜਾ ਹੈ ਉਹ ਬੌਲੀ ਦਾ ਕੜ ਨਹੀਂ ਟੁੱਟ ਰਿਹਾ ਹੈ। ਉਦਮ ਵਾਪੀ ਰਚਨ ਨਵੀਨ, ਬੜਾ ਨਵਾਂ ਉਦਮ ਕੀਤਾ ਹੈ ਅਸੀਂ ਜਿਹੜਾ ਬੌਲੀ ਸਾਹਿਬ ਦੀ ਰਚਨਾ ਕਰਨੀ ਹੈ। ਅਨੇਕ ਯਤਨ ਹਮ ਭੀ ਕਰ ਰਹੇ, ਇੱਧਰ ਅਸੀਂ ਵੀ ਬੜੇ ਭਾਈ ਯਤਨ ਕਰ ਰਹੇ ਹਾਂ ਬੌਲੀ ਬਣਾਉਣ ਦੇ, ਸਿੱਧਤਾ ਨਹਿ ਵਾਪੀ ਕੀ ਲਹੇ। ਪਰ ਵਾਪੀ ਬੌਲੀ ਸਾਡੀ ਪੂਰੀ ਨਹੀਂ ਹੋ ਰਹੀ, ਭਾਵ ਕੜ ਨਹੀਂ ਟੁੱਟ ਰਿਹਾ। ਉਧਰ ਜਿਹੜਾ ਤੁਹਾਡੇ ਬਾਦਸ਼ਾਹ ਦਾ ਜ਼ੋਰ ਲੱਗਿਆ ਹੋਇਆ ਚਿਤੌੜਗੜ੍ਹ ਜਿੱਤਣ ਤੇ ਸਾਡਾ ਸਾਡੇ ਸਿੱਖਾਂ ਦਾ ਬਲ ਲੱਗਿਆ ਹੋਇਆ ਹੈ ਬੌਲੀ ਸਾਹਿਬ ਪੂਰੀ ਕਰਨ ਤੇ, ਇਹਦਾ ਕੜ ਨਹੀਂ ਟੁੱਟ ਰਿਹਾ ਹੈ। ਜਬ ਹੈ ਬਾਪਿਕਾ ਕੋ ਕੜ ਟੂਟੇ, ਇਸ ਕਰਕੇ ਜਾਣੋ ਭਾਈ ਆਪਦੇ ਬਾਦਸ਼ਾਹ ਨੂੰ ਕਹਿ ਦਿਓ ਵੀ ਜਦੋਂ ਇੱਧਰ ਬੌਲੀ ਸਾਹਿਬ ਦਾ ਪੂਰਾ ਕੜ ਟੁੱਟੇਗਾ ਨਾ, ਥੱਲੇ ਪਾਣੀ ਦੇ ਫੁਹਾਰ ਨਿਕਲਣਗੇ, ਕੜ ਭੱਜੇਗਾ। ਤਬ ਹੀ ਦ੍ਰਿੜ ਚਤੌੜਗੜ੍ਹ ਛੁੱਟੇ, ਤੇ ਉਦੋਂ ਜਾਣ ਲਓ ਪੱਕਾ ਚਿਤੌੜਗੜ੍ਹ ਦਾ ਕਿਲਾ ਵੀ ਟੁੱਟੇਗਾ। ਇੱਧਰ ਸਾਡੇ ਬੌਲੀ ਸਾਹਿਬ ਦਾ ਕੜ ਟੁੱਟੇਗਾ, ਉਧਰ ਤੁਹਾਡੇ ਬਾਦਸ਼ਾਹ ਦਾ ਚਿਤੌੜਗੜ੍ਹ ਦਾ ਕਿਲਾ ਫਤਿਹ ਹੋ ਜਾਵੇਗਾ, ਟੁੱਟ ਜਾਵੇਗਾ। ਦੋਨੋਂ ਕਾਰਜ ਹੈ ਸਮਾਨ, ਕਿਉਂਕਿ ਇਕੱਠੇ ਹੀ ਸ਼ੁਰੂ ਹੋਏ ਆ। ਇਹ ਸੁਭਾਇਕ ਹੀ ਸਤਿਗੁਰਾਂ ਨੇ ਹੱਸ ਕੇ ਬਚਨ ਕਹੇ ਸਨ ਵੀ ਉਦੋਂ ਕੁਦੇ ਹੀ ਅਸੀਂ ਲੱਗੇ ਹੋਏ ਆ ਤੇ ਉਦੋਂ ਕੁਦੇ ਤੁਸੀਂ ਲੱਗੇ ਹੋਏ ਹੋ, ਤੇ ਇਹ ਦੋਵੇਂ ਇਕੱਠੇ ਹੀ ਕੰਮ ਹੋਣੇ ਆ। ਜਦੋਂ ਇਧਰ ਕੜ ਟੁੱਟੇਗਾ, ਉਧਰ ਤੁਹਾਡਾ ਕਿਲਾ ਜਿੱਤਿਆ ਜਾਣਾ ਹੈ। ਇਹ ਦੋਵੇਂ ਕੰਮ ਇੱਕੋ ਸਮਾਨ ਹੀ ਜਾਣਨਾ ਕਰੋ। ਤਹਿ ਰਜਪੂਤ ਮਹਾਬਲਵਾਨ, ਕਿਉਂਕਿ ਉੱਥੇ ਮਹਾਨ ਜਿਹੜੇ ਬੜੇ ਬਲ ਵਾਲੇ ਸੂਰਬੀਰ ਯੋਧੇ ਰਾਜਪੂਤ ਅੜੇ ਹੋਏ ਆ। ਇਹਾਂ ਕਠੋਰ ਰੋਰ ਅਰ ਰਹੇ, ਤੇ ਇੱਥੇ ਸਾਡੇ ਅੱਗੇ ਰੋਡ ਅੜੇ ਹੋਏ ਆ, ਇੱਥੋਂ ਰੋਡ ਸਾਨੂੰ ਤੰਗ ਕਰ ਰਹੇ ਆ ਤੇ ਅਕਬਰ ਤੁਹਾਡੇ ਨੂੰ ਰਾਜਪੂਤ ਨਹੀਂ ਹਿੱਲਣ ਦੇ ਰਹੇ ਆ। ਕਰੇ ਜਤਨ ਬਹ ਭਗਨ ਨਾ ਲਹੇ, ਤੇ ਅਕਬਰ ਉੱਥੇ ਕਿਲਾ ਭੰਨਣ ਨੂੰ ਫਿਰਦਾ, ਉਹ ਭੱਜ ਨਹੀਂ ਰਿਹਾ। ਤੇ ਅਸੀਂ ਸਾਡੇ ਸਿੱਖ ਇੱਥੇ ਉਹ ਬੌਲੀ ਦਾ ਕੜ ਤੋੜਨ ਨੂੰ ਫਿਰਦੇ ਆ, ਤੁਹਾਨੂੰ ਰਾਜਪੂਤ ਅੜੇ ਹੋਏ ਆ, ਇੱਧਰ ਰੋਡ ਅੜੇ ਹੋਏ ਆ। ਇਸ ਤਰ੍ਹਾਂ ਸਤਿਗੁਰੂ ਕਹਿ ਰਹੇ ਆ ਵੀ ਟੁੱਟ ਨਹੀਂ ਰਿਹਾ ਹੈ। ਤੈਸੇ ਤਹਾਂ ਨਿਰਪਤ ਪਟ ਸਾਰੀ, ਉਸੇ ਤਰ੍ਹਾਂ ਜਿਵੇਂ ਅਸੀਂ ਇੱਥੇ ਲੱਗੇ ਹੋਏ ਆ ਕੜ ਤੋੜਨ ਤੇ ਬੌਲੀ ਦਾ ਹੇਠਾਂ ਧਰਤੀ ਵਿੱਚੋਂ ਰੋੜਾਂ ਦਾ, ਉਸੇ ਤਰ੍ਹਾਂ ਤੁਹਾਡਾ ਬਾਦਸ਼ਾਹ ਉਧਰ ਕਿਲਾ ਤੋੜ ਰਿਹਾ ਹੈ ਭਾਰੀ ਸੈਨਾ ਲੈ। ਸਾਰਨ ਹੈ ਭਏ ਕਰਤ ਨਿਤਰਾਰੀ, ਤੇ ਬੜਾ ਨਿਤਾਵਰਤੀ ਝਗੜਾ ਹੁੰਦਾ ਹੈ, ਬੜੀ ਲੜਾਈ ਯੁੱਧ ਹੁੰਦਾ ਹੈ, ਤੇ ਪਰ ਕਿਲਾ ਫਤਿਹ ਨਹੀਂ ਹੋ ਰਿਹਾ ਹੈ। ਰੋਰਨ ਕੋ ਕਰ ਜਬ ਹਮ ਫੋਰੈ, ਤੇ ਜਦੋਂ ਰੋੜਾਂ ਦਾ ਕੜ ਸਾਡਾ ਅਸੀਂ ਤੋੜਾਂਗੇ ਨਾ ਇੱਥੇ ਗੋਇੰਦਵਾਲ ਬੌਲੀ ਸਾਹਿਬ ਦਾ, ਸ਼ਾਹੋ ਨਿਸੰਸੈ ਦੇਢ ਗੜ ਤੋਰੈ, ਤੇ ਇਹ ਸੰਸਾ ਕੱਢ ਦਿਓ ਮਨ ਵਿੱਚੋਂ। ਜਦੋਂ ਇਧਰ ਕੜ ਟੁੱਟੇਗਾ ਰੋੜਾਂ ਦਾ, ਬੌਲੀ ਸਾਹਿਬ ਪੂਰਾ ਹੋਵੇਗਾ ਕੰਮ, ਉਧਰ ਤੁਹਾਡੇ ਬਾਦਸ਼ਾਹ ਦਾ ਜਿਹੜਾ ਚਿਤੌੜ ਦਾ ਕਿਲਾ ਉਹ ਤੋੜਨ ਨੂੰ ਫਿਰਦਾ, ਉਹ ਟੁੱਟ ਜਾਵੇਗਾ। ਜਿਸੀ ਮਾਸ ਕੋ ਪਖ ਜੋ ਹੋਏ, ਜਿਹੜਾ ਪੱਖ ਹੋਊਗਾ ਸੁਦੀਵਦੀ ਤੇ ਜਾਂ ਜਿਹੜਾ ਮਹੀਨਾ ਉਦੋਂ ਹੋਵੇਗਾ ਕੜ ਟੁੱਟਣ ਵੇਲੇ, ਥਿਤ ਅਰ ਵਾਰ ਏਕ ਹੀ ਜੋਏ, ਇੱਕੋ ਹੀ ਟਾਈਮ ਹੋਊਗਾ, ਇੱਕੋ ਹੀ ਸਮਾਂ ਹੋਊਗਾ, ਇੱਕੋ ਹੀ ਦਿਨ ਹੋਊਗਾ, ਵਾਰ ਵੀ ਉਹੀ, ਭਾਵ ਇੱਕੋ ਸਮੇਂ ਮਹਾਰਾਜ ਕਹਿੰਦੇ ਆ ਦੋਵੇਂ ਕੰਮ ਹੋਣੇ ਆ। ਤਿਸੀ ਜਾਮ ਕੀ ਕਟਕਾ ਇੱਕ ਮਹਿ, ਉਸੇ ਦਿਨ ਦੀ ਜਿਹੜੀ ਵਾ ਘੜੀ ਵੀ ਉਹੀ ਹੋਊਗੀ, ਪੈਰ ਵੀ ਇੱਕੋ ਹੀ ਹੋਵੇਗਾ। ਟੁੱਟ ਹੈ ਦੋਨੋਂ ਸਾਮ ਨਹਿ ਅਟਕ ਹੈ, ਕੋਈ ਨਹੀਂ ਇੱਕੋ ਇਕੱਠੇ ਹੀ ਟੁੱਟਣਗੇ, ਕੜ ਵੀ ਉਦੋਂ ਹੀ ਟੁੱਟੇਗਾ, ਕਿਲਾ ਵੀ ਉਦੋਂ ਹੀ ਟੁੱਟੇਗਾ, ਅੜਿਆ ਨਹੀਂ ਰਹੂਗਾ ਕੁਝ ਵੀ। ਆਗੇ ਪਾਛੈ ਕਾਜ ਨਾ ਸਰੈ, ਅੱਗੇ ਪਿੱਛੇ ਜਿੰਨਾ ਮਰਜੀ ਅਕਬਰ ਨੂੰ ਆਖੋ ਜ਼ੋਰ ਲਾ ਲਵੇ, ਜਿੰਨਾ ਸਮਾਂ ਬੌਲੀ ਸਾਹਿਬ ਦਾ ਕੜ ਨਹੀਂ ਟੁੱਟੇਗਾ ਉਹਨਾਂ ਸਮਾਂ ਆਪਦੇ ਬਾਦਸ਼ਾਹ ਨੂੰ ਆਖੋ ਜਿੰਨਾ ਮਰਜੀ ਜ਼ੋਰ ਲਾਵੇ ਕਿਲਾ ਨਹੀਂ ਟੁੱਟੇਗਾ। ਤਿਸ ਹੀ ਸਮੈ ਸਿੱਧ ਜੁਗ ਕਰੈ, ਆ ਦੋਵੇਂ ਕੰਮ ਇੱਕੋ ਹੀ ਸਮੇਂ ਅਸੀਂ ਸਿੱਧ ਕਰਾਂਗੇ। ਇੱਧਰ ਬੌਲੀ ਸਾਹਿਬ ਦਾ ਕੜ ਤੋੜਾਂਗੇ, ਉਧਰ ਕਿਲਾ ਟੁੱਟ ਜਾਵੇਗਾ। ਇਮ ਸੁਨ ਕੈ ਦੋਨੋਂ ਬੁੱਧਵਾਨ, ਉਹ ਦੋਵੇਂ ਜਿਹੜੇ ਆਏ ਹੋਏ ਆ ਨਾਲ ਮੁਨਸ਼ੀ ਦੇ ਤਾਹਰ ਬੇਗ ਤੇ ਇੱਕ ਜਿਹੜਾ ਟੋਡਰ ਮੱਲ ਹੈ, ਬੜੇ ਸਿਆਣੇ ਐ। ਜਦੋਂ ਇਹਨਾਂ ਮਹਾਰਾਜ ਦਾ ਪਾਵਨ ਪਵਿੱਤਰ ਬਚਨ ਸੁਣਿਆ ਹੈ, ਹਿਰਦੈ ਕੰਤੂਹਲ ਸਹਿਤ ਮਹਾਨ, ਤੇ ਬੜੇ ਹਿਰਦੇ ਵਿੱਚ ਆਨੰਦ ਸਹਿਤ ਦੋਵੇਂ ਹੋ ਗਏ ਆ, ਖੁਸ਼ ਹੋ ਗਏ ਆ ਮਹਾਰਾਜ ਦਾ ਬਚਨ ਸੁਣ ਕੇ। ਆਤ ਪ੍ਰਸੰਨਤਾ ਧਰ ਕਰ ਉਰਮੈ, ਮਨ ਵਿੱਚ ਬੜਰੀ ਆ ਬੜੀ ਪ੍ਰਸੰਨਤਾ ਧਾਰਨ ਕੀਤੀ ਹੈ। ਸ਼ਰਧਾ ਬਧੀ ਵਿਸਾਲੀ ਗੁਰਮੈ, ਗੁਰੂ ਅਮਰਦਾਸ ਮਹਾਰਾਜ ਤੇ ਬਹੁਤ ਭਾਰੀ ਮਨ ਵਿੱਚ ਇਹਨਾਂ ਦੇ ਸ਼ਰਧਾ ਹੋ ਆਈ ਹੈ। ਕਰ ਜੋਰੇ ਪਦ ਨਮੋ
ਕਿਉ ਕਰੰਤੇ। ਦੋਵੇਂ ਹੱਥ ਜੋੜੇ ਐ, ਚੰਗੀ ਤਰ੍ਹਾਂ ਮਹਾਰਾਜ ਨੂੰ ਮੱਥਾ ਟੇਕਿਆ ਖੁਸ਼ ਹੋ ਕੇ। ਸਤਿ ਸਤਿ ਮੁਖ ਤੇ ਉਚਰੰਤੇ। ਤੇ ਮੂੰਹੋਂ ਕਹਿੰਦੇ ਮਹਾਰਾਜ ਆਪਦੇ ਬਚਨ ਸੱਤ ਹੈ, ਪਹਿਲਾਂ ਵੀ ਹੁਣ ਵੀ ਤੇ ਅੱਗੇ ਵੀ ਸੱਤ ਹੋਣਗੇ। ਆਪਦੇ ਮਹਾਰਾਜ ਆਪ ਸਤ ਸਰੂਪ ਹੋ, ਸਤ ਸਰੂਪ ਹੋ, ਬਚਨ ਵੀ ਸਤ ਹਨ। ਇਸ ਤਰ੍ਹਾਂ ਮੁਖੋਂ ਬੋਲਦੇ ਆ ਦੋਵੇਂ। ਸੁਣ ਕਰ ਵਾਕ ਸਿਵਰ ਮਹਿ ਆਏ। ਤੋ ਗੁਰੂ ਕੇ ਵਾਕ ਸੁਣੇ ਜਦੋਂ ਇਹਨਾਂ ਨੇ, ਤੇ ਇਹ ਸਿਵਰ ਮਹਿ ਆਏ, ਆਪਣੇ ਤੰਬੂਆਂ ਵਿੱਚ ਵਾਪਸ ਮੁੜੇ ਆ। ਇੱਥੇ ਗੋਇੰਦਵਾਲੀ ਠਹਿਰੇ ਸੀ ਬੜੇ ਦਿਨ, ਵੀ ਵੇਖਦੇ ਸੀ ਵੀ ਕਦੋਂ ਕੜ ਟੁੱਟੇਗਾ। ਇਹ ਦੋਵੇਂ ਤਿੰਨੇ ਜਿਹੜੇ ਆਏ ਹੋਏ ਗੋਇੰਦਵਾਲੇ ਆਪੋ ਆਪਣੇ, ਉਦੋਂ ਸਰਾਵਾਂ ਹੈ ਨਹੀਂ ਸੀ, ਤੰਬੂਆਂ ਵਿੱਚ ਰਹਿੰਦੀ ਸੀ ਸੰਗਤ, ਇਹ ਵੀ ਆਪਣੇ ਤੰਬੂਆਂ ਵਿੱਚ ਆ ਗਏ ਐ। ਸ਼ਾਹੋ ਕਾਜ ਸਿਧ ਲੱਖ ਹਰ ਖਾਏ। ਤੇ ਮਨ ਵਿੱਚ ਜਾਣਿਆ ਵੀ ਮਹਾਰਾਜ ਨੇ ਬਚਨ ਕਰ ਦਿੱਤਾ ਹੈ, ਤੇ ਹੁਣ ਅਕਬਰ ਦਾ ਜਿਹੜਾ ਕਿਲਾ ਉਹ ਛੇਤੀ ਟੁੱਟ ਜਾਵੇਗਾ। ਚਿਤੌੜਗੜ੍ਹ ਆਵਨ ਸਫਲ ਹਮਾਰੋ ਹੋਵਾ। ਤੇ ਸਾਡਾ ਇੱਥੇ ਆਉਣਾ ਜਿਹੜਾ ਵਾ ਸਫਲਾ ਹੋਇਆ ਹੈ। ਵੀ ਜਿਵੇਂ ਸਾਨੂੰ ਆਸ ਸੀ ਵੀ ਮਹਾਰਾਜ ਜ਼ਰੂਰ ਬਾਂਹ ਫੜਨਗੇ ਅਕਬਰ ਪਾਤਸ਼ਾਹ ਦੀ, ਸਾਡਾ ਇੱਥੇ ਆਉਣਾ ਉਵੇਂ ਸਫਲਾ ਹੋਇਆ ਹੈ। ਦਰਸ਼ਨ ਦਰਸੇ ਸੰਕਟ ਖੋਬਾ। ਮਹਾਰਾਜ ਦੇ ਦਰਸ਼ਨ ਕੀਤੇ ਐ, ਸਭ ਦੁੱਖ ਵਿਘਨ ਕਲੇਸ਼ ਨਾਸ਼ ਹੋ ਗਏ ਐ। ਹਮ ਪਰ ਸ਼ਾਹੋ ਪ੍ਰਸੰਨ ਹੋਏ। ਤੇ ਫਿਰ ਖੁਸ਼ ਵੀ ਹੁੰਦੇ ਆ ਵੀ ਅਸੀਂ ਮਹਾਰਾਜ ਤੋਂ ਸੁੰਦਰ ਬਚਨ ਲਿਆ, ਵਾਕ ਲਿਆ। ਇਹ ਸੁਣ ਕੇ ਸਾਡੇ ਤੋਂ ਅਕਬਰ ਬਾਦਸ਼ਾਹ ਵੀ ਬਹੁਤ ਪ੍ਰਸੰਨ ਹੋਵੇਗਾ ਸਾਡੇ ਤੇ। ਬਾਂਛਤ ਦਰਬ ਦੇਹ ਸੋਏ। ਤੇ ਕਿਲਾ ਜਿੱਤਣ ਤੇ ਜੋ ਵੀ ਮੰਗਾਂਗੇ ਅਕਬਰ ਬਾਦਸ਼ਾਹ ਸਾਨੂੰ ਬਹੁਤ ਕੁਝ ਦੇਵੇਗਾ। ਅਤ ਦੁਖ ਸਾਗਰ ਸੰਸੈ ਮਾਹੇ। ਅਭਾਵ ਬਹੁਤ ਮੂੰਹ ਮੰਗਿਆ ਦਾਨ ਧਨ ਦੇਵੇਗਾ। ਤੋ ਅਤ ਦੁਖ ਸਾਗਰ ਸੰਸੈ ਮਾਹੇ, ਜਿਹੜਾ ਅਕਬਰ ਬਾਦਸ਼ਾਹ ਜਾਂ ਅਸੀਂ ਸਾਰੇ ਸੰਸਿਆ ਰੂਪੀ ਸਮੁੰਦਰ ਵਿੱਚ ਬੜਾ ਦੁੱਖ ਭੋਗ ਰਹੇ ਸਾਂ ਵੀ ਕਿਲਾ ਜਿੱਤਿਆ ਜਾਵੇ, ਛੱਡੀਏ ਕਿ ਵਿੱਚੇ ਜੰਗ ਛੱਡ ਕੇ ਭੱਜੀਏ ਕਿ ਲੜੀਏ, ਫੌਜ ਬਹੁਤ ਮਰ ਰਹੀ ਹੈ। ਇਹ ਜਿਹੜਾ ਸੰਸੇ ਰੂਪੀ ਸਮੁੰਦਰ ਵਿੱਚ ਦੁੱਖ ਭੋਗ ਰਹੇ ਸਾਂ, ਪਾਰ ਪਰ ਹੈ ਔਰ ਮੈਂ ਹਰ ਖਾਹੇ। ਤੇ ਉਹ ਖੁਸ਼ ਹੁੰਦੇ ਦੋਵੇਂ ਵੀ ਹੁਣ ਸੰਸਿਆ ਰੂਪੀ ਸਮੁੰਦਰ ਦੇ ਦੁੱਖਾਂ ਦੇ ਸਮੁੰਦਰ ਚੋਂ ਪਾਰ ਹੋ ਜਾਵਾਂਗੇ, ਕਿਉਂਕਿ ਮਹਾਰਾਜ ਨੇ ਕਹਿ ਦਿੱਤਾ ਵੀ ਜਦੋਂ ਬੌਲੀ ਸਾਹਿਬ ਦਾ ਕੜ ਟੁੱਟੇਗਾ ਤਦੇ ਹੀ ਉਹ ਚਿਤੌੜਗੜ੍ਹ ਦਾ ਕਿਲਾ ਫਤਿਹ ਹੋ ਜਾਵੇਗਾ। ਤੋ ਸਤਿਗੁਰਾਂ ਦੇ ਬਚਨ ਹੁਣ ਖਾਲੀ ਜਾਂਦੇ ਨਹੀਂ, ਕਿਉਂਕਿ ਇਹਨਾਂ ਦੇ ਪੁਰਖਿਆਂ ਨੇ ਬਾਬਰ ਨੂੰ ਰਾਜ ਦਿੱਤਾ ਹੈ, ਅਕਬਰ ਬਾਦਸ਼ਾਹ ਦੇ ਵਡੇਰਿਆਂ ਨੂੰ। ਤੋ ਇਸ ਤਰ੍ਹਾਂ ਦੀ ਵਡਿਆਈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਅਕਬਰ ਨੇ ਜਾਣੀ। ਬੇਨਤੀ ਦੇ ਕਰਕੇ ਆਪਣੇ ਜਿਹੜੇ ਵਾ ਉਹ ਸੈਨਿਕਾਂ ਨੂੰ, ਅਹਿਲਕਾਰਾਂ ਨੂੰ ਮਹਾਰਾਜ ਦੇ ਪਾਸ ਬੇਅੰਤ ਉਪਾਇਨ ਭੇਟਾਵਾਂ ਦੇ ਦੇ ਕੇ ਭੇਜਿਆ। ਤੋ ਇੱਥੇ ਅਕਬਰ ਬਾਦਸ਼ਾਹ ਵਰਗਿਆਂ ਪੀਰ ਵੀ ਮਨਾਏ, ਬਹੁਤ ਪੀਰਾਂ ਫਕੀਰਾਂ ਤੇ ਵੀ ਗਏ ਆ, ਕਿਉਂਕਿ ਮੁਸਲਮਾਨ ਹੈ ਉਹ ਬੜੀਆਂ ਦਰਗਾਹਾਂ ਤੇ ਜਿਹੜੇ ਵੇ ਅਕਬਰ ਵਰਗੇ ਪਹੁੰਚੇ, ਪਰ ਉਹਦੀ ਅਕਬਰ ਦੀ ਕਿਸੇ ਨੇ ਬਾਹ ਨਾ ਫੜੀ। ਬਲ ਵਾਲੇ ਆ ਸਾਰੇ ਹੀ, ਪਰ ਕਈ ਥਾਵਾਂ ਤੇ ਜਿੱਥੇ ਕਿਸੇ ਦਾ ਵੀ ਬਲ ਨਹੀਂ ਚੱਲਦਾ, ਤੋ ਉੱਥੇ ਸੱਚ ਜਿੱਥੇ ਤੇਰੀ ਰੱਖ, ਉਹ ਮਹਾਰਾਜ ਦੀ ਰੱਖਿਆ ਉੱਥੇ ਹੈ ਜਿੱਥੇ ਕੋਈ ਨਹੀਂ ਰੱਖ ਸਕਦਾ। ਤੋ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਤੋਂ ਜਾਣੂ ਅਕਬਰ ਬਾਦਸ਼ਾਹ ਨੇ ਬੜੇ ਦੀਨ ਨਿਮਾਣੇ ਹੋ ਕੇ ਬੇਨਤੀ ਭੇਜੀ ਵੀ ਮਹਾਰਾਜ ਪੀਰ ਫਕੀਰ ਵੀ ਜਿਹੜੇ ਵਾ ਉਹਨਾਂ ਤੋਂ ਵੀ ਨਿਰਾਸ਼ ਹੋ ਗਏ ਆ, ਕਿਸੇ ਨੇ ਸਾਡੀ ਬੇਨਤੀ ਸੁਣੀ ਨਹੀਂ। ਤੋ ਆਪ ਜੀ ਮਹਾਰਾਜ ਮੇਰਾਮਤ ਕਰਕੇ ਸਾਡੇ ਤੇ ਦਇਆ ਕਰੋ, ਤਾਂ ਕਿ ਮੈਂ ਬਾਦਸ਼ਾਹ ਤੇ ਮੇਰੀ ਇੱਜ਼ਤ ਪੈਜ ਬਚੀ ਰਹੇ। ਆਪ ਜੀ ਕੋਈ ਦਇਆ ਕਰਕੇ ਮਹਾਰਾਜ ਕੋਈ ਕਲਾ ਵਰਤਾਓ। ਤੋ ਵੇਖੋ ਹੁਣ ਬਾਦਸ਼ਾਹ ਅਕਬਰ ਵਰਗੇ ਜਿਹੜੇ ਵਾ ਉਹ ਪੀਰਾਂ ਨੂੰ ਮੁਸਲਮਾਨ ਹੋ ਕੇ ਮੰਨਦੇ ਆ, ਥੋੜਾ ਬਹੁਤ ਜਿੰਨਾ ਵੀ ਜਾਂ ਦਰਗਾਹਾਂ ਨੂੰ ਮੰਨਦੇ ਆ, ਪਰ ਅਕਬਰ ਬਾਦਸ਼ਾਹ ਨੂੰ ਇਸ ਗੱਲ, ਅਕਬਰ ਬਾਦਸ਼ਾਹ ਜਾਣੂ ਹੈ ਇਸ ਗੱਲ ਤੋਂ ਵੀ ਜਿੱਥੇ ਕੋਈ ਪੀਰ ਵੀ ਕਾਰਜ ਨਹੀਂ ਸਿੱਧ ਕਰ ਸਕਦਾ, ਬਾਂਹ ਨਹੀਂ ਫੜਦਾ, ਉੱਥੇ ਗੁਰੂ ਅਮਰਦਾਸ ਮਹਾਰਾਜ ਦਾ ਦਰ ਜਿਹੜਾ ਫੜਦਾ। ਪਰ ਉਹ ਜਿਹੜੇ ਆਪਣੇ ਲਾਣਾ ਹੈ ਸਿੱਖ ਸਾਰੇ, ਇਹਨਾਂ ਨੂੰ ਖਰੇ ਕੀ ਦੱਸਿਆ ਮੜੀਆਂ ਪੀਰਾਂ ਤੋਂ, ਇਹ ਸਾਰੇ ਹੀ ਭੱਜ ਭੱਜ ਮੜੀਆਂ ਨੂੰ ਪੈਂਦੇ ਆ। ਜਿਨ੍ਹਾਂ ਦੀਆਂ ਹਨ ਅਕਬਰ ਵਰਗੇ ਤਾਂ ਗੁਰੂ ਅਮਰਦਾਸ ਮਹਾਰਾਜ ਦੀ ਚਰਨੀ ਪੈਂਦੇ ਆ, ਤੇ ਜਿਹੜੇ ਆਪਣੇ ਆ ਉਹ ਭੱਜ ਭੱਜ ਕੇ ਕਬਰਾਂ ਪੂਜਦੇ ਆ। ਉਹ ਬਾਦਸ਼ਾਹ ਹੋ ਕੇ ਵੀ ਇਸ ਦਰ ਘਰ ਤੋਂ ਸੁੱਖ ਲੱਭਦਾ ਵੀ ਕਿੱਥੇ ਕੋਈ ਵੀ ਨਹੀਂ ਸੁਣਦਾ, ਨਾ ਕਿਸੇ ਨੇ ਉੱਥੇ ਪੀਰ ਫਕੀਰ ਚਿਸ਼ਤੀ ਦਰਗਾਹ ਬੜੇ ਪੀਰਾਂ ਨੇ ਬਚਨ ਕਹੇ ਆ ਵੀ ਜਿੱਤੋਗੇ ਕਿਲਾ, ਪਰ ਨਹੀਂ ਸਰ ਹੋਇਆ। ਉੱਥੇ ਉਹ ਵੇਖੋ ਬੇਨਤੀਆਂ ਦੇ ਕੇ ਭੇਜਦਾ ਵੀ ਜੇ ਕਿਲਾ ਜਿੱਤਣਾ ਹੈ ਤੇ ਗੁਰੂ ਅਮਰਦਾਸ ਮਹਾਰਾਜ ਦੀ ਓਟ ਆਸਰਾ ਤੱਕੀਏ, ਇਹੀ ਇਹ ਜੰਗ ਜਿਤਾ ਸਕਦੇ ਆ। ਤੋ ਇਸ ਤਰ੍ਹਾਂ ਖਾਲਸਾ ਜੀ ਇਹ ਸੰਸਾਰ ਹੀ ਜੰਗ ਹੈ, ਤੋ ਜਿਸ ਕਰਕੇ ਦੁੱਖ ਸਾਰਿਆਂ ਨੂੰ ਹੈ, ਪਰ ਜੋ ਦੁਖੀ ਹੁੰਦੇ ਅਕਬਰ ਵਰਗੇ ਉਹ ਮਹਾਰਾਜ ਦਾ ਓਟ ਆਸਰਾ ਤੱਕਦੇ ਆ।
ਪਰ ਕੋਈ ਸਿੱਖ ਹੋ ਕੇ ਫਿਰ ਉਹ ਮੜੀਆਂ ਪੂਜਦੇ ਜਾਂਦੇ। ਹੁਣ ਵੇਖੋ ਅਕਬਰ ਬਾਦਸ਼ਾਹ ਸਿੱਖ ਹੈ, ਇੱਥੇ ਭੁਲੇਖਾ ਵੀ ਖਰੇ ਆਪਾਂ ਸਿੱਖ ਹਾਂ ਕਿ ਅਕਬਰ ਸਿੱਖ ਹੈ। ਉਹ ਇੱਕ ਮੁਸਲਮਾਨ ਹੋ ਕਰਕੇ ਮਹਾਰਾਜ ਦੇ ਚਰਨੀ ਪੈਂਦਾ ਫਿਰ ਬਾਦਸ਼ਾਹ ਹਿੰਦੁਸਤਾਨ ਦਾ, ਤੇ ਅਸੀਂ ਜਿਹੜੇ ਆ ਉਹ ਆਮ ਗੁਰੂ ਕੇ ਸਿੱਖ ਹੋ ਕਰਕੇ ਗਾਤਰੇ ਵੀ ਪਾਏ ਆ, ਉਹ ਲੈ ਕੇ ਲੱਸੀ ਪਾਣੀ ਤੇ ਉਹ ਰੋਜ਼ ਮੜੀਆਂ ਤੇ ਪਾਉਂਦੇ ਫਿਰਦੇ ਆ। ਇਹ ਵੇਖੋ ਹੁਣ ਕੀ ਹਾਲਤ ਹੋਵੇਗੀ। ਜਿਨ੍ਹਾਂ ਦੀ ਇੱਥੋਂ ਪੂਰੀ ਨਹੀਂ ਪਈ ਉਹ ਮੜੀਆਂ ਤੋਂ ਸੁੱਖ ਲੱਭਦੇ ਆ, ਤੇ ਮੜੀਆਂ ਤੋਂ ਜਿਨ੍ਹਾਂ ਦੀ ਪੂਰੀ ਨਹੀਂ ਪਈ ਉਹ ਅਕਬਰ ਵਰਗੇ ਖੁਦ ਬਾਦਸ਼ਾਹ ਮਹਾਰਾਜ ਦੇ ਚਰਨੀ ਆਣ ਆਣ ਕੇ ਡਿੱਗਦੇ ਆ। ਤੋ ਸਤਿਗੁਰਾਂ ਦਾ ਇਤਿਹਾਸ ਜਿਹੜਾ ਹੈ, ਸਾਧ ਸੰਗ ਦੀ ਸਰੋਤੇ ਤਿੰਨ ਪ੍ਰਕਾਰ ਦੇ ਹੁੰਦੇ ਆ। ਇੱਕ ਸਰੋਤਾ ਹੁੰਦਾ ਜਿਹੜਾ ਸੁਣ ਕੇ ਕਥਾ ਤੇ ਉਹ ਇਹ ਮਨ ਵਿੱਚ ਰੱਖਦਾ ਇਸ ਲਈ ਕਥਾ ਸੁਣਦਾ ਵੀ ਦੂਜੇ ਨੂੰ ਸੁਣਾਵਾਂਗੇ। ਉਹ ਆਪਦੇ ਔਗਣ ਹੋਣ ਨੂੰ ਛੱਡਦਾ ਨਹੀਂ ਤੇ ਉਹ ਅੱਗੇ ਸੁਣਾਉਣ ਵਾਸਤੇ ਕਥਾ ਸੁਣਦੇ ਆ। ਕਈ ਜ਼ਿਆਦਾਤਰ ਇਹ ਹੈ। ਤੋ ਇਹੋ ਜਿਹੀ ਕਥਾ ਸੁਣਨ ਵਾਲੇ ਜਿਹੜੇ ਆ ਉਹ ਕਥਾ ਸੁਣ ਕੇ ਵਿਚਾਰ ਇਹ ਨਹੀਂ ਕਰਦੇ ਵੀ ਸਾਡੇ 'ਚ ਕਿੰਨੇ ਔਗਣ ਹੈ, ਉਹ ਫਿਰ ਦੂਜਿਆਂ ਨੂੰ ਦੱਸਣ ਵਾਸਤੇ ਕਥਾ ਸੁਣਦੇ ਆ। ਉਹ ਇਹੋ ਜਿਹਿਆਂ ਨੂੰ ਜਿਹੜੇ ਵੈ ਉਹ ਸਾਧ ਸੰਗਤ ਜੀ ਨੀਚ ਆਖਿਆ ਜਾਂਦਾ, ਉਹ ਨੀਚ ਸਰੋਤਿਆਂ 'ਚ ਆ ਜਾਂਦੇ ਆ। ਇੱਕ ਹੁੰਦੇ ਆ ਉਹ ਸੁਣਦੇ ਆ ਕਥਾ, ਐਸ ਕੰਨ 'ਚੋਂ ਪਾਈ ਦੂਜੇ ਤੋਂ ਕੱਢ ਦਿੰਦੇ ਆ, ਉਹਨਾਂ ਅੱਗੇ ਸੁਣਾਉਣੀ ਕੀ ਉਹ ਆਪ ਵੀ ਕੋਈ ਗ੍ਰਹਿਣ ਨਹੀਂ ਕਰਦੇ। ਉਹ ਸਾਧ ਸੰਗਤ ਜੀ ਉਹ ਜਿੱਥੇ ਖੜੇ ਉੱਥੇ ਹੀ ਖੜੇ ਰਹਿੰਦੇ, ਉਹਨਾਂ ਨੂੰ ਮੱਧਮ ਆਖਦੇ ਆ। ਔਰ ਇੱਕ ਹੁੰਦੇ ਆ ਉਹ ਕਥਾ ਸੁਣਦੇ ਆ, ਸੁਣ ਕੇ ਕਥਾ ਫਿਰ ਉਹਨੂੰ ਅਮਲ 'ਚ ਲਿਆਉਂਦੇ ਆ ਵੀ ਹਾਂ ਇਹ ਮਹਾਰਾਜ ਦਾ ਇਤਿਹਾਸ ਬਿਲਕੁਲ ਠੀਕ ਹੈ, ਵੀ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਕਹਿੰਦੇ ਆ, ਮਹਾਰਾਜ ਦੀ ਬਾਣੀ ਇਸ ਤਰ੍ਹਾਂ ਕਹਿੰਦੀ, ਤੇ ਸਾਨੂੰ ਅਮਲ ਕਰਨਾ ਚਾਹੀਦਾ। ਆਪਦੇ ਮਨ ਵਿੱਚ ਜਿਹੜੇ ਔਗਣ ਆ ਫਿਰ ਉਹਨਾਂ ਨੂੰ ਤਿਆਗਣ ਦੀ ਕੋਸ਼ਿਸ਼ ਕਰਦੇ ਆ ਵੀ ਔਗਣ ਛੱਡਣਾ ਚਾਹੀਦਾ, ਮਹਾਰਾਜ ਦੀ ਬਾਣੀ ਰੋਕਦੀ ਹੈ। ਜਿਹੜੇ ਐ ਵਿਚਾਰ ਕਰਦੇ ਉਹ ਸਾਧ ਸੰਗ ਜੀ ਸਾਰਿਆਂ ਤੋਂ ਉੱਤਮ ਹੁੰਦੇ ਆ। ਉੱਤਮ ਹੈ, ਮੱਧਮ ਹੈ, ਨੀਚ ਹੈ। ਨੀਚ ਦਾ ਇਹ ਬਿਰਤੀ ਹੁੰਦੀ ਉਹ ਸੁਣ ਕੇ ਉਹ ਕੇਵਲ ਅੱਗੇ ਗਿਆਨ ਦੇਣ ਤੱਕ ਸੀਮਤ ਹੁੰਦਾ। ਉਹ ਫਿਰ ਸਵਾਲ ਸ਼ੰਕਾ ਤਰਕ ਜਾਂ ਕਿਸੇ ਨੂੰ ਸਮਝਾਉਣ ਮਾਤਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰੋ, ਪਰ ਉਹ ਗੱਲੀ ਹੋ ਸੁਹਾਗਣ ਪੈਣੇ ਕੰਤ ਨਾ ਕਬਹੂ ਮੈਂ ਮਿਲਿਆ। ਗੱਲਾਂ ਦੀ ਸੁਹਾਗਣ ਹੈ, ਕੰਤ ਪਤੀ ਦੇ ਮੱਥੇ ਵੀ ਨਾ ਲੱਗੀ ਹੋਵੇ, ਐਸੀ ਉਹਨਾਂ ਦੀ ਹਾਲਤ ਹੈ। ਤੋ ਆਸ ਕਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਹਾਜ਼ਰੇ ਪ੍ਰਵਾਨ ਕਰਨ, ਸਮੱਤ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕਰਨਾ। ਔਰ ਇਹ ਕਥਾ ਸਤਿਗੁਰਾਂ ਦੀ ਸਾਡੇ ਹਿਰਦੇ ਵਸੇ, ਅਸੀਂ ਉੱਤਮ ਸਰੋਤੇ ਬਣੀਏ, ਸੁਣੀਏ, ਮੰਨੀਏ, ਤੋ ਫਿਰ ਨਿਧਿਆਸਨ ਕਰੀਏ, ਅਮਲ ਵਿੱਚ ਲਾਈਏ। ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਲ ਨਹਾਓ, ਫਿਰ ਅੰਦਰ ਹੀ ਤੀਰਥ ਬਣ ਜਾਣਾ, ਕਿਤੇ ਜਾਣ ਦੀ ਲੋੜ ਨਹੀਂ। ਜਿਨ੍ਹਾਂ ਸੁਣਿਆ, ਜਿਨ੍ਹਾਂ ਮੰਨਿਆ, ਮੰਨ ਕੇ ਤੇ ਪ੍ਰੇਮ ਕੀਤਾ, ਮਹਾਰਾਜ ਦੀ ਸਿੱਖਿਆ ਹਿਰਦੇ ਵਸਾਈ ਹੈ, ਉਹਨਾਂ ਦੇ ਹਿਰਦੇ ਹੀ ਖਾਲਸਾ ਦੀ ਤੀਰਥ ਵਰਗੇ ਆ। ਉਹਦੇ ਵਿੱਚ ਹੀ ਇਸ਼ਨਾਨ ਕਰੀ ਜਾਓ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੋ ਉਹਨਾਂ ਦਾ ਹਿਰਦਾ ਹੀ ਅੰਤःਕਰਣੀ ਪਵਿੱਤਰ ਹੋ ਜਾਂਦਾ, ਤੀਰਥ ਹੈ। ਤੋ ਇਸ ਤਰ੍ਹਾਂ ਦੀ ਸਿੱਖਿਆ ਮਹਾਰਾਜ ਦੀ ਆਪ ਜੀ ਕੇ ਹਿਰਦੇ ਵਸੇ, ਹੋਈਆਂ ਭੁੱਲਾਂ ਦੀ ਖਿਮਾ। ਅਗਲਾ ਪ੍ਰਸੰਗ ਜਿਹੜਾ ਰਹਿੰਦਾ ਉਹ ਚਿਤੌੜਗੜ੍ਹ ਦਾ ਕਿਲ੍ਹਾ, ਫਿਰ ਜਿਵੇਂ ਫਤਿਹ ਹੁੰਦਾ ਹੈ, ਅਕਬਰ ਮਹਾਰਾਜ ਦਾ ਸ਼ੁਕਰਾਨਾ ਕਰਦਾ। ਕੁਝ ਸਮਾਂ ਪਾ ਕੇ ਫਿਰ ਮਹਾਰਾਜ ਦੇ ਦਰਸ਼ਨਾਂ ਨੂੰ ਆਉਂਦਾ ਹੈ, 84 ਪਿੰਡ ਦਿੰਦਾ ਹੈ। ਉਹਨਾਂ ਹੀ ਪਿੰਡਾਂ ਵਿੱਚ ਫਿਰ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ ਜਾਂਦੀ ਹੈ। ਗੁਰੂ ਕਾ ਚੱਕ ਨਗਰ ਵਸਦਾ ਹੈ, ਕੇਂਦਰੀ ਸਥਾਨ ਸਿੱਖਾਂ ਦਾ ਉਹ ਪਾਵਨ ਪਵਿੱਤਰ ਹਰਿਮੰਦਰ ਸਾਹਿਬ ਸੱਜਦਾ ਹੈ, ਜਿਹਨੂੰ ਹੁਣ ਆਪਾਂ ਸਾਰੀ ਦਰਸ਼ਨ ਦੀਦਾਰ ਕਰਕੇ ਉਹਦੇ ਆਪਣੇ ਵੱਡੇ ਭਾਗ ਜਾਣਦੇ ਆ। ਇਹ ਹਰਿਮੰਦਰ ਸਾਹਿਬ ਦੀ ਸਾਰੀ ਕਥਾ ਚੱਲ ਰਹੀ ਹੈ ਵੀ ਕਿਵੇਂ ਹਰਿਮੰਦਰ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਬਣਿਆ। ਤੋ ਆਪ ਸਭ ਸੰਗਤਾਂ ਦੇ ਹਿਰਦੇ ਵਸੇ, ਹੋਈਆਂ ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹਮ ਪਰ ਸ਼ਾਹੋ ਪ੍ਰਸੰਨ ਹੋਏ, ਬਾਂਛਤ ਦਰਬ ਦੇਹ ਸੋਏ। ਅਤ ਦੁਖ ਸਾਗਰ ਸੰਸੈ ਮਾਹੇ, ਪਾਰ ਪਰਹਿ ਔਰ ਮੈਂ ਹਰਿ ਖਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੈ
ਅਪਰੰਪਰ ਹਰ ਹਰੇ ਹੈ ਪੀ ਹੋਵਨ ਹੋਵਨਹਾਰ ਇਹ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ ਏ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮ ਦਾਨ ਰਾਖਾਹੀਐ ਪਰੋਇ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਸਦਾ ਕਰਹਿ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।